हेलो फ्रेंड्स, दिस इज़ हरविंदर सिंह एंड वेलकम टू द यूट्यूब चैनल सपोर्ट फॉर एजुकेशन। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSCB ਕਲਾਸ 11th ਇੰਗਲਿਸ਼ ਦੀ ਪੋਇਮ ਜਿਸ ਦਾ ਨਾਂ ਹੈ ਉਪਾ ਗੁਪਤਾ। ਇਸ ਪੋਇਮ ਦੀ ਲਾਈਨ ਬਾय ਲਾਈਨ ਐਕਸਪਲੇਨੇਸ਼ਨ। ਤੇ ਦੋਸਤੋ, ਇਸ ਪੋਇਮ ਦੇ ਪੋਇਟ ਹਨ ਰਵਿੰਦਰਨਾਥ ਟੈਗੋਰ ਜੀ। ਤੇ ਰਵਿੰਦਰਨਾਥ ਟੈਗੋਰ ਜੀ ਨੇ ਇਹ ਪੋਇਮ ਬੰਗਾਲੀ ਵਿੱਚ ਵੀ ਲਿਖੀ ਸੀਗੀ ਤੇ ਬੰਗਾਲੀ ਵਿੱਚ ਇਸ ਪੋਇਮ ਦਾ ਨਾਂ ਸੀਗਾ ਅਭਿਸਾਰ। ਤੇ ਇਹ ਇਸ ਪੋਇਮ ਦੀ ਇੰਗਲਿਸ਼ ਐਡੈਪਟੇਸ਼ਨ ਹੈ। ਤੇ ਇਸ ਵਿੱਚ ਨਾ ਦੋ ਕਰੈਕਟਰਸ ਹੈਗੇ ਹਨ, ਦੋ ਪਾਤਰ ਹਨ। ਇੱਕ ਤਾਂ ਹੈ ਉਪਾ ਗੁਪਤਾ ਜੋ ਕਿ ਇੱਕ ਬੁੱਧਿਸਟ ਮੌਂਕ ਹੈ, ਤੇ ਇੱਕ ਲੇਡੀ ਹੈ ਜਿਸ ਦਾ ਨਾਂ ਹੈ ਵਾਸਵ ਦੱਤਾ। ਤੇ ਇਸ ਪੋਇਮ ਦੀ ਜਿਹੜੀ ਟੈਕਨੀਕ ਹੈ ਉਹ ਨੈਰੇਟਿਵ ਟੈਕਨੀਕ ਹੈ। ਇਸ ਵਿੱਚ ਇੱਕ ਵਿਰਤਾਂਤ ਹੈ ਉਹ ਦੱਸਿਆ ਗਿਆ ਅਤੇ ਇਸ ਪੋਇਮ ਵਿੱਚ ਦੋ ਸੀਨ ਹੈਗੇ ਹਨ। ਤੇ ਹੁਣ ਜਦੋਂ ਅਸੀਂ ਪੋਇਮ ਨੂੰ ਪੜ੍ਹਾਂਗੇ ਤਾਂ ਸਾਨੂੰ ਹੋਰ ਵੀ ਜ਼ਿਆਦਾ ਕਲੀਅਰ ਹੋ ਜਾਏਗਾ। ਆਓ ਸ਼ੁਰੂ ਕਰਦੇ ਹਾਂ। Upa Gupta, the disciple of Buddha, lay asleep in the dust by the city wall of Mathura. Upa Gupta ਜੋ ਕਿ ਗੌਤਮ ਬੁੱਧ ਜੀ ਦਾ ਡਿਸਾਈਪਲ ਫੋਲੋਅਰ ਹੈ, ਉਹ ਮਿੱਟੀ ਦੇ ਉੱਪਰ ਮਥੁਰਾ ਦੀ ਦੀਵਾਰ ਦੇ ਨਾਲ ਲੇਟਿਆ ਹੋਇਆ ਹੈ। Lamps were all out, doors were all shut and stars were all hidden by the murky sky of August. ਮਰਕੀ ਦਾ ਅਰਥ ਹੁੰਦਾ ਹੈ ਕਲਾਉਡੀ, ਕਿ ਬੱਦਲ ਛਾਏ ਹੋਏ ਨੇ। ਤੇ ਇਹਨਾਂ ਲਾਈਨਸ ਦਾ ਅਰਥ ਹੈ ਕਿ ਲੈਂਪਸ ਤੇ ਲਾਈਟਸ ਸਭ ਬੰਦ ਹੋ ਗਈਆਂ ਹਨ, ਸਾਰੇ ਦਰਵਾਜ਼ੇ ਬੰਦ ਸਨ। ਕਿਉਂ ਬੰਦ ਸਨ? ਕਿਉਂਕਿ ਰਾਤ ਦਾ ਸਮਾਂ ਤੇ ਅਗਸਤ ਦਾ ਮਹੀਨਾ ਹੈ ਤੇ ਬੱਦਲਾਂ ਕਰਕੇ ਤਾਰੇ ਵੀ ਦਿਖਾਈ ਨਹੀਂ ਦੇ ਰਹੇ। Whose feet were those, tinkling with anklets, touching his breast of a sudden? ਤੇ ਇੱਕ ਕੁੜੀ ਦੀ ਪਾਇਲ ਦੀ ਆਵਾਜ਼ ਆ ਰਹੀ ਹੈ ਤੇ ਉਸ ਕੁੜੀ ਦਾ ਪੈਰ ਉਪਾ ਗੁਪਤਾ ਦੀ ਛਾਤੀ ਦੇ ਨਾਲ ਟਕਰਾ ਗਿਆ ਹੈ। He woke up startled and a light from a woman's lamp fell on his forgiving eyes. ਤੇ ਇੱਥੇ ਸਟਾਰਟਲਡ ਦਾ ਅਰਥ ਹੁੰਦਾ ਹੈਰਾਨ ਹੋਣਾ। ਤੇ ਉਪਾ ਗੁਪਤਾ ਹੈਰਾਨ ਹੋ ਕੇ ਉੱਠਦਾ ਹੈ ਅਤੇ ਉਸ ਕੁੜੀ ਦੇ ਲੈਂਪ ਦੀਵੇ ਦੀ ਰੋਸ਼ਨੀ ਉਪਾ ਗੁਪਤਾ ਦੀ ਫੋਰਗਿਵਿੰਗ ਆਈਜ਼ ਦੇ ਉੱਪਰ ਪੈ ਜਾਂਦੀਆਂ ਹਨ। ਤੇ ਇੱਥੇ ਅੱਖਾਂ ਨੂੰ ਫੋਰਗਿਵਿੰਗ ਆਈਜ਼ ਕਿਉਂ ਕਿਹਾ ਗਿਆ? ਕਿਉਂਕਿ ਕੁੜੀ ਦਾ ਪੈਰ ਹੈ, ਉਪਾ ਗੁਪਤਾ ਨਾਲ ਟੱਚ ਹੋ ਗਿਆ ਤੇ ਉਸ ਕੁੜੀ ਦੀ ਗਲਤੀ ਹੈ। ਪਰ ਉਪਾ ਗੁਪਤਾ ਦੇ ਆਈਸ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਵੀ ਉਸਨੇ ਉਸ ਕੁੜੀ ਨੂੰ ਮਾਫ ਕਰ ਦਿੱਤਾ। It was the dancing girl, starred with jewels, wearing a pale blue mantle, drunk with the wine of her youth. ਤੇ ਉਹ ਕੁੜੀ ਕੌਣ ਸੀ? ਉਹ ਇੱਕ ਨੱਚਣ ਵਾਲੀ ਲੜਕੀ ਸੀਗੀ ਜੋ ਰਾਜ ਦਰਬਾਰ ਵਿੱਚ ਨੱਚਦੀ ਸੀ ਤੇ ਉਸਨੇ ਬਹੁਤ ਸਾਰੇ ਗਹਿਣੇ ਪਾਏ ਸਨ ਤੇ ਉਸਨੇ ਬਲੂ ਰੰਗ ਦਾ ਇੱਕ ਮੈਂਟਲ ਪਾਇਆ ਸੀ। ਤੇ ਜਿਹੜਾ ਮੈਂਟਲ ਵਰਡ ਹੈ ਨਾ ਉਹ ਮੈਂਟੈਲੀਅਮ ਤੋਂ ਬਣਿਆ ਹੈ। ਤੇ ਮੈਂਟਲ ਕੀ ਹੁੰਦਾ? ਇੱਕ ਲੌਂਗ ਗਾਰਮੈਂਟ ਹੁੰਦਾ ਜੋ ਕਿ ਡਰੈਸ ਦੇ ਉੱਪਰ ਪਾਇਆ ਜਾਂਦਾ, ਜਿਵੇਂ ਇੱਕ ਟਾਈਪ ਆਫ ਤੁਸੀਂ ਕਹਿ ਸਕਦੇ ਹੋ ਕਿ ਟਾਈਪ ਆਫ ਓਵਰਕੋਟ ਹੁੰਦਾ। ਤਾਂ ਉਸਨੇ ਹਲਕੇ ਨੀਲੇ ਰੰਗ ਦਾ ਮੈਂਟਲ ਪਾਇਆ ਹੋਇਆ ਸੀ ਤੇ ਉਹ ਆਪਣੀ ਜਵਾਨੀ ਦੇ ਨਸ਼ੇ ਵਿੱਚ ਚੂਰ ਸੀ। She lowered her lamp and saw young face austerely beautiful. ਤੇ austerely ਦਾ ਅਰਥ ਹੁੰਦਾ ਹੈ ਸਿੰਪਲ। ਤੇ ਉਸਨੇ ਆਪਣਾ ਲੈਂਪ ਥੱਲੇ ਕੀਤਾ ਤੇ ਉਸਨੂੰ ਉਪਾ ਗੁਪਤਾ ਦਾ ਸਿੰਪਲ ਅਤੇ ਬਿਊਟੀਫੁਲ ਫੇਸ ਦਿਖਦਾ ਹੈ। Forgive me, young ascetic, said the woman. ਤੇ ਐਸਥੈਟਿਕ ਦਾ ਅਰਥ ਹੁੰਦਾ ਸੰਤ ਜਾਂ ਤਪਸਵੀ। ਤੇ ਉਸਨੇ ਉਪਾ ਗੁਪਤਾ ਨੂੰ ਕਿਹਾ ਕਿ ਮੈਨੂੰ ਮਾਫ ਕਰ ਦਿਓ। Graciously come to my house. ਵੀ ਹੁਣ ਉਹ ਲੇਡੀ ਨਿਮਰਤਾ ਨਾਲ ਕਹਿੰਦੀ ਹੈ ਕਿ ਮੇਰੇ ਘਰ ਆਓ। The dusty earth is not a fit bed for you. ਕਿ ਇਹ ਜਿਹੜੀ ਧਰਤੀ ਹੈ, ਮਿੱਟੀ ਵਾਲੀ ਧਰਤੀ ਹੈ, ਤੁਹਾਡੇ ਲਈ ਸਹੀ ਬੈੱਡ ਨਹੀਂ ਹੈ, ਤੁਸੀਂ ਮੇਰੇ ਘਰ ਆ ਕੇ ਰਹੋ। The young ascetic answered, Woman, go on your way. When the time is ripe, I will come to you. ਤੇ ਉਹ ਤਪਸਵੀ ਉਪਾ ਗੁਪਤਾ ਉਸ ਕੁੜੀ ਨੂੰ ਕਹਿੰਦਾ, ਯੰਗ ਗਰਲ ਨੂੰ ਕਹਿੰਦਾ ਕਿ ਤੂੰ ਆਪਣੇ ਰਸਤੇ ਜਾ, ਕਿ ਜਦੋਂ ਸਮਾਂ ਆਵੇਗਾ ਤੇ ਮੈਂ ਤੇਰੇ ਕੋਲ ਆਪ ਹੀ ਆ ਜਾਵਾਂਗਾ। ਤੇ ਦੋਸਤੋ, ਹੁਣ ਤੱਕ ਅਸੀਂ ਜਿੰਨਾ ਪੜ੍ਹਿਆ ਤੇ ਸਾਨੂੰ ਉਸ ਲੇਡੀ ਦੇ ਕਰੈਕਟਰ ਦਾ ਵੀ ਪਤਾ ਲੱਗਦਾ ਤੇ ਉਪਾ ਗੁਪਤਾ ਦਾ ਵੀ ਪਤਾ ਲੱਗਦਾ। ਤੇ ਲੇਡੀ ਦਾ ਕਰੈਕਟਰ ਕਿਸ ਤਰ੍ਹਾਂ ਉਹ ਦੱਸਿਆ ਗਿਆ ਕਿ ਉਹ ਡਰੰਕ ਵਿਦ ਦਾ ਵਾਈਨ ਆਫ ਯੂਥ ਹੈ, ਕਿ ਜਵਾਨੀ ਦੇ ਨਸ਼ੇ ਵਿੱਚ ਉਹ ਚੂਰ ਹੈ ਅਤੇ ਉਪਾ ਗੁਪਤਾ ਨੂੰ ਆਪਣੇ ਘਰ ਬੁਲਾ ਰਹੀ ਹੈ। ਅਤੇ ਦੂਜੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਉਪਾ ਗੁਪਤਾ ਇੱਕ ਟਰੂ ਐਸਥੈਟਿਕ ਹੈ, ਕਿ ਉਹ ਪੂਰਾ ਇੱਕ ਤਪਸਵੀ ਹੈ ਤੇ ਉਸ ਦਾ ਨੇਚਰ ਵੀ ਫੋਰਗਿਵਿੰਗ ਹੈ ਤੇ ਉਹ ਉਸ ਦੀ ਬਿਊਟੀ ਤੋਂ ਫੈਸੀਨੇਟ ਨਹੀਂ ਹੋਇਆ। Suddenly the black night showed its teeth in a flash of lightning. ਤੇ ਇੱਕਦਮ ਕਾਲੀ ਰਾਤ ਵਿੱਚ ਬਿਜਲੀ ਕੜਕਦੀ ਹੈ। ਤੇ ਹੁਣ ਬਲੈਕ ਲਾਈਟ showed its teeth, ਤੇ ਇੱਥੇ ਇੱਕ ਫਿਗਰ ਆਫ ਸਪੀਚ ਵੀ ਯੂਜ਼ ਹੋਇਆ ਤੇ ਉਹ ਕਿਹੜਾ? ਪਰਸੋਨੀਫਿਕੇਸ਼ਨ।
ਇੱਥੇ ਬਲੈਕ ਨਾਈਟ ਦੀ ਪਰਸੋਨੀਫਿਕੇਸ਼ਨ ਹੈ ਉਹ ਕੀਤੀ ਗਈ ਹੈ। The storm growled from the corner of the sky and the woman trembled in fear of some unknown danger। ਤੇ ਅਸਮਾਨ ਵਿੱਚ ਆਵਾਜ਼ ਤੇ ਲਾਈਟਨਿੰਗ ਨੂੰ ਦੇਖ ਕੇ ਉਹ ਕੁੜੀ ਹੈ ਉਸਨੂੰ ਕਿਸੇ ਖਤਰੇ ਦਾ ਅਹਿਸਾਸ ਹੁੰਦਾ ਹੈ ਤੇ ਉਹ ਡਰ ਜਾਂਦੀ ਹੈ। ਤੇ ਦੋਸਤੋ ਹੁਣ ਇੱਕ ਸੀਨ ਹੈ ਖਤਮ ਹੋ ਗਿਆ ਤੇ ਹੁਣ ਕਈ ਮਹੀਨੇ ਬਾਅਦ ਦੂਜਾ ਸੀਨ ਆਏਗਾ ਤੇ ਹੁਣ ਉਸ ਵਿੱਚ ਕੀ ਹੁੰਦਾ ਉਹ ਅਸੀਂ ਸਟੱਡੀ ਕਰਦੇ ਹਾਂ। The branches of the wayside trees were full of blossom। ਵੀ ਰਸਤੇ ਦੇ ਵਿੱਚ ਜਿਹੜੇ ਵੀ ਟਰੀਜ਼ ਸਨ, ਪੇੜ ਸਨ, ਦਰਖਤ ਸਨ ਤੇ ਉਹਨਾਂ ਦੀਆਂ ਸ਼ਾਖਾਵਾਂ ਫੁੱਲਾਂ ਨਾਲ ਭਰ ਗਈਆਂ ਸਨ। Gay notes of flute came floating in the warm spring air from afar। ਤੇ ਬਸੰਤ ਦੀ ਹਵਾ ਦੇ ਵਿੱਚ ਬੰਸਰੀ ਦੇ ਫਲੂਟ ਤੇ ਖੁਸ਼ੀ ਭਰੇ ਨੋਟਸ ਕਿਤੇ ਦੂਰੋਂ ਆ ਰਹੇ ਹਨ। The citizens had gone to the woods for the festival of flowers। ਤੇ ਸਿਟੀਜ਼ਨਸ ਕੌਣ ਨੇ? ਮਥੁਰਾ ਦੇ ਨਿਵਾਸੀ। ਅਤੇ ਵੁੱਡਸ ਦਾ ਅਰਥ ਹੁੰਦਾ ਜੰਗਲ ਤੇ ਮਥੁਰਾ ਦੇ ਨਿਵਾਸੀ ਜੰਗਲ ਵਿੱਚ ਗਏ ਹਨ ਫੁੱਲਾਂ ਦੇ ਤਿਉਹਾਰ ਨੂੰ ਮਨਾਉਣ ਦੇ ਲਈ। From the mid sky gazed the full moon on the shadows of the silent town। ਤੇ ਅਸਮਾਨ ਵਿੱਚ ਹੈ ਜਿਹੜਾ ਫੁੱਲ ਮੂਨ ਹੈ, ਜਿਹੜਾ ਪੂਰਾ ਚੰਨ ਨਿਕਲਿਆ ਹੋਇਆ ਹੈ ਉਹ ਸਾਇਲੈਂਟ ਟਾਊਨ। ਤੇ ਟਾਊਨ ਸਾਇਲੈਂਟ ਕਿਉਂ ਹੈ? ਕਿਉਂਕਿ ਇੱਕ ਤਾਂ ਰਾਤ ਦਾ ਮੌਸਮ ਹੈ ਤੇ ਸਾਰੇ ਸ਼ਹਿਰ ਵਾਸੀ ਵੀ ਗਏ ਹੋਏ ਹਨ ਤੇ ਹੁਣ ਅਸਮਾਨ ਤੋਂ ਜਿਹੜਾ ਫੁੱਲ ਮੂਨ ਹੈ, ਜਿਹੜਾ ਚੰਦਰਮਾ ਹੈ, ਉਹ ਸ਼ਹਿਰ ਸਾਇਲੈਂਟ ਟਾਊਨ ਵਿੱਚ ਸ਼ਹਿਰ ਵਿੱਚ ਕਈ ਤਰ੍ਹਾਂ ਦੇ ਪਰਛਾਵੇਂ ਉਹ ਦੇਖ ਰਿਹਾ ਹੈ ਵੀ ਜਿਹੜੇ ਪਰਛਾਵੇਂ ਚੰਦਰਮਾ ਦੀ ਚੰਦ ਦੀ ਰੋਸ਼ਨੀ ਵਿੱਚ ਥੱਲੇ ਪੈ ਰਹੇ ਹਨ। The young ascetic was walking in the lonely street। ਤੇ ਹੁਣ ਪੂਰੀ ਸੁਨਸਾਨ ਗਲੀ ਵਿੱਚ ਹੈ ਉਹ ਯੰਗ ਐਸਥੈਟਿਕ, ਉਹ ਤਪਸਵੀ ਜਾ ਰਿਹਾ। While overhead the love sick coils uttered from the mango branches their sleepless plaint। ਤੇ ਜਿੱਥੋਂ ਉਪਾ ਗੁਪਤਾ ਜਾ ਰਿਹਾ ਹੈ ਤੇ ਉੱਥੇ ਲਵ ਸਿਕ ਕੋਇਲ ਜਿਹੜੀ ਬਰਡਸ ਨੇ ਉਹ ਬੈਠੀਆਂ ਨੇ ਤੇ ਮੈਂਗੋ ਟਰੀਜ਼ ਦੀ ਬ੍ਰਾਂਚਸ ਦੇ ਉੱਪਰ ਉਹ ਬੈਠੀਆਂ ਨੇ ਤੇ ਉਹ ਕੁਝ ਕਹਿ ਰਹੀਆਂ ਨੇ। ਉਪਾ ਗੁਪਤਾ passed through the city gates and stood at the base of the rampart। ਰੈਂਪਾਰਟ ਦਾ ਅਰਥ ਹੁੰਦਾ ਬੈਰੀਅਰ ਜਾਂ ਕਿਲੇ ਦੀ ਦੀਵਾਰ। ਤੇ ਉਪਾ ਗੁਪਤਾ ਸ਼ਹਿਰ ਦੇ ਗੇਟ ਪਾਰ ਕਰਕੇ ਆਉਂਦਾ ਹੈ ਅਤੇ ਰੈਂਪਾਰਟ ਦੇ ਬੇਸ ਤੇ ਖੜ ਜਾਂਦਾ। Was that a woman lying at his feet in the shadow of the mango grove। ਤੇ ਗਰੋਵ ਦਾ ਅਰਥ ਹੁੰਦਾ ਟਰੀਜ਼ ਜਾਂ ਪੇੜਾਂ ਦਾ ਝੁੰਡ, ਟਰੀਜ਼ ਦਾ ਝੁੰਡ। ਤੇ ਹੁਣ ਸ਼ਹਿਰ ਦੇ ਬਾਹਰ ਕੀ ਹੋ ਰਿਹਾ? ਹਨੇਰੇ ਵਿੱਚ ਹੈ ਇੱਕ ਜਿਹੜੀ ਲੇਡੀ ਹੈ, ਇੱਕ ਵੂਮਨ ਹੈ, ਉਹ ਜਿੱਥੇ ਮੈਂਗੋ ਟਰੀਜ਼ ਦਾ ਪਰਛਾਵਾਂ ਪੈ ਰਿਹਾ ਤੇ ਉੱਥੇ ਉਹ ਲੇਟੀ ਹੋਈ ਹੈ। Struck with black pestilence, her body spotted with sores of smallpox। ਤੇ pestilence ਦਾ ਅਰਥ ਹੁੰਦਾ ਮਹਾਮਾਰੀ ਜਾਂ ਕੋਈ ਬਿਮਾਰੀ। ਤੇ ਉਸ ਕੁੜੀ ਨੂੰ ਕਾਲੀ ਮਹਾਮਾਰੀ ਨਾਂ ਦੀ ਬਿਮਾਰੀ ਹੈ ਅਤੇ ਉਸਦੇ ਸਰੀਰ ਦੇ ਉੱਪਰ smallpox ਚੇਚਕ ਦੇ ਨਿਸ਼ਾਨ ਸੀ ਤੇ ਉਸਦੇ ਪੈਰਾਂ ਦੇ ਕੋਲ ਕੋਈ ਬਿਮਾਰ ਲੇਡੀ ਸੀ। ਤੇ ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਫਿਗਰ ਆਫ ਸਪੀਚ ਦੀ ਗੱਲ ਕਰੀਏ ਕਿ ਸਟਰਕ, ਸਪੋਟਡ, ਸੋਰਸ, ਸਮॉल ਤੇ ਕੌਨਸੋਨੈਂਟ ਸਾਊਂਡ ਬਾਰ-ਬਾਰ ਯੂਜ਼ ਹੋਈ ਹੈ। ਤੇ ਫਿਗਰ ਆਫ ਸਪੀਚ ਕਿਹੜਾ? ਐਲੀਟ੍ਰੇਸ਼ਨ। ਇਹ ਆਪ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਫਿਗਰ ਆਫ ਸਪੀਚ ਕੀ ਹੁੰਦਾ। She had been hurriedly removed from the town to avoid her poisonous contagion। ਤੇ ਕੰਟੈਜੀਅਨ ਦਾ ਅਰਥ ਹੁੰਦਾ ਵੀ ਕਿਸੇ ਨੂੰ ਛੂਣ ਨਾਲ ਬਿਮਾਰੀ ਨਾ ਫੈਲ ਜਾਏ। ਤੇ ਉਸ ਕੁੜੀ ਨੂੰ ਬਾਹਰ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਵੀ ਕਿਸੇ ਹੋਰ ਨੂੰ ਉਸ ਤੋਂ ਉਹ ਬਿਮਾਰੀ ਨਾ ਹੋ ਜਾਏ। The ascetic sat by her side, took her head on his knees। ਤੇ ਉਹ ਜਿਹੜਾ ਤਪਸਵੀ ਹੈ ਉਸ ਕੁੜੀ ਦੇ ਦੁਆਲੇ ਬੈਠ ਗਿਆ ਤੇ ਉਸ ਦਾ ਸਿਰ ਆਪਣੇ ਗੋਡਿਆਂ ਤੇ ਰੱਖਤਾ। And moistened her lips with water and smeared her body with sandal balm। ਤੇ ਉਸਦੇ ਲਿਪਸ ਦੇ ਉੱਪਰ ਪਾਣੀ ਲਗਾਇਆ ਕਿਉਂਕਿ ਉਹ ਸੁੱਕੇ ਹੋਏ ਸੀਗੇ ਤੇ ਜਿੱਥੇ ਜਿੱਥੇ ਚੇਚਕ ਦੇ ਨਿਸ਼ਾਨ ਸਨ ਤੇ ਉੱਥੇ ਉਸਨੇ ਬਾਮ ਲਗਾ ਦਿੱਤੀ, ਚੰਦਨ ਦੀ ਬਾਮ ਹੈ ਉਹ ਲਗਾ ਦਿੱਤੀ। Who are you, merciful one? asked the woman। ਤੇ ਤੂੰ ਕੌਣ ਹੈ ਦਿਆਲੂ ਇਨਸਾਨ? ਉਸ ਕੁੜੀ ਨੇ ਪੁੱਛਿਆ। The time at last has come to visit you and I am here, replied the young ascetic। ਤੇ ਉਪਾ ਗੁਪਤਾ ਨੇ ਕਿਹਾ ਕਿ ਆਖਿਰਕਾਰ ਉਹ ਸਮਾਂ ਆ ਗਿਆ ਕਿ ਮੈਂ ਤੇਰੇ ਕੋਲ ਆ ਜਾਵਾਂ ਤੇ ਮੈਂ ਤੇਰੇ ਕੋਲ ਆ ਗਿਆ ਹਾਂ। ਤੇ ਦੋਸਤੋ ਹੁਣ ਸਾਨੂੰ ਇਹ ਪਤਾ ਲੱਗਿਆ ਵੀ ਇਹ ਜਿਹੜੀ ਕੁੜੀ ਹੈ ਜਿਸ ਨੂੰ ਕਾਲੀ ਮਹਾਮਾਰੀ ਨਾਂ ਦੀ ਬਿਮਾਰੀ ਹੋਈ ਹੈ ਤੇ ਉਹੀ ਕੁੜੀ ਹੈ ਡਾਂਸਿੰਗ ਗਰਲ ਵਸਵਦੱਤਾ। ਤੇ ਹੁਣ ਉਸ ਉਪਾ ਗੁਪਤਾ ਨੇ ਉਸ ਕੁੜੀ ਨੂੰ ਪਹਿਲਾਂ ਕੀ ਕਿਹਾ ਸੀ ਕਿ ਵੈਨ ਦਾ ਟਾਈਮ ਇਜ਼ ਰਾਈਪ ਆਈ ਵਿਲ ਕਮ ਟੂ ਯੂ। ਤੇ ਜਦੋਂ ਸਮਾਂ ਠੀਕ ਹੋਏਗਾ ਤਾਂ ਮੈਂ ਤੇਰੇ ਕੋਲ ਆਵਾਂਗਾ। ਤੇ ਹੁਣ ਅਸੀਂ ਸੈਕਿੰਡ ਹਾਫ ਦੇ ਐਂਡ ਵਿੱਚ ਇਹ ਦੇਖਦੇ ਹਾਂ ਕਿ
ਹੁਣ ਉਪਾ ਗੁਪਤਾ ਕਹਿ ਰਿਹਾ ਕਿ ਦ ਟਾਈਮ ਐਟ ਲਾਸਟ ਹੈਜ਼ ਕਮ ਟੂ ਵਿਜ਼ਿਟ ਯੂ, ਹੁਣ ਉਹ ਸਮਾਂ ਆ ਗਿਆ ਵੀ ਮੈਂ ਤੈਨੂੰ ਮਿਲਣ ਆਵਾਂ। ਤੇ ਦੋਸਤੋ ਇਹ ਤੇ ਸੀਗੀ ਪੋਇਮ ਉਪਾ ਗੁਪਤਾ। ਤੇ ਹੁਣ ਅਸੀਂ ਇਸ ਪੋਇਮ ਵਿੱਚ ਇਹ ਦੇਖਿਆ ਕਿ ਇਸ ਪੋਇਮ ਵਿੱਚ ਨਾ ਇੱਕ ਹਿਊਮਨ ਅਪੀਲ ਹੈ। ਤੇ ਹੁਣ ਅਸੀਂ ਇਸ ਪੋਇਮ ਵਿੱਚ ਇਹ ਵੀ ਦੇਖਿਆ ਕਿ ਜਿਹੜੀ ਯੂਥ ਤੇ ਫਿਜ਼ੀਕਲ ਬਿਊਟੀ ਹੈ ਉਹ ਨਾਸ਼ਵਾਨ ਹੈ, ਤੇ ਹਰ ਕਿਸੇ ਦੀ ਜਵਾਨੀ, ਯੂਥ ਅਤੇ ਫਿਜ਼ੀਕਲ ਬਿਊਟੀ ਜਿਹੜੀ ਸਰੀਰ ਦੀ ਸੁੰਦਰਤਾ ਉਸਨੇ ਖਤਮ ਹੋ ਜਾਣਾ ਹੈ ਕੁਝ ਸਮਾਂ ਪਾ ਕੇ। ਤੇ ਪਰਮਾਨੈਂਟ ਕੀ ਹੈ? ਪਰਮਾਨੈਂਟ ਹੈਗਾ ਲਵ ਫॉर ਹਿਊਮੈਨਿਟੀ। ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪੋਇਮ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ। ਤੇ ਅਗਲੀ ਵੀਡੀਓ ਵਿੱਚ ਅਸੀਂ ਇਸ ਦਾ ਸੈਂਟਰਲ ਆਈਡੀਆ ਅਤੇ ਬੈਕ ਐਕਸਰਸਾਈਜ਼ ਕਰਾਂਗੇ, ਤੇ ਉਸ ਵੀਡੀਓ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤਾ ਗਿਆ ਤੇ ਬਹੁਤ ਹੀ ਜਲਦ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਜਾਵੇਗਾ।